ਲਓ ਸੁਣੋ ਡਾਕਟਰ ਸੁਸ਼ੀਲ ਕੁਮਾਰ ਦੀ ਵਾਰਤਾ ਸਾਹਿਤ ਦੇ ਆਦਾਨ ਪ੍ਰਦਾਨ ਵਿੱਚ ਅਨੁਵਾਦ ਦੀ ਭੂਮਿਕਾ। ਯੁਗਾਂ ਯੁਗਾਂਤਰਾਂ ਤੋਂ ਹੀ ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਅਨੁਵਾਦ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਲਗਭਗ 200 ਸਾਲਾਂ ਤੋਂ ਅਨੁਵਾਦ ਦੀ ਪਰਿਭਾਸ਼ਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ ਵੱਖੋ ਵੱਖਰੇ ਸਿਧਾਂਤ ਸਾਹਮਣੇ ਆ ਰਹੇ ਹਨ। ਖਾਸ ਕਰਕੇ 1980ਵਿਆਂ ਤੋਂ ਬਾਅਦ ਜਦੋਂ ਅਨੁਵਾਦ ਬਹੁਤ ਹੀ ਤੇਜ਼ੀ ਨਾਲ ਅਕਾਦਮਿਕ ਅਨੁਸ਼ਾਸਨ ਵਜੋਂ ਉੱਭਰ ਕੇ ਸਾਹਮਣੇ ਆਇਆ। ਅਨੁਵਾਦ ਨੂੰ ਲੈ ਕੇ ਵੱਖੋ ਵੱਖਰੀਆਂ ਥਾਵਾਂ ਤੇ ਖੋਜ ਕਰ ਰਹੇ ਵਿਦਵਾਨਾਂ ਦੇ ਮਤ ਵੱਖੋ ਵੱਖਰੇ ਹਨ। ਅਨੁਵਾਦ ਨੂੰ ਲੈ ਕੇ ਲੰਬੇ ਸਮੇਂ ਤੋਂ ਬਹੁਤ ਸਾਰੇ ਭਰਮ ਭੁਲੇਖੇ ਵੀ ਹਨ, ਜਿਵੇਂ ਅਨੁਵਾਦ ਵਿੱਚ ਅਸਲ ਲਿਖਤ ਵਰਗਾ ਸਵਾਦ ਨਹੀਂ ਆਉਂਦਾ। ਕਈ ਵਾਰ ਕਿਹਾ ਜਾਂਦਾ ਹੈ ਕਿ ਕੁਝ ਪੁਸਤਕਾਂ ਖਾਸ ਕਰਕੇ ਸਾਹਿਤਕ ਲਿਖਤਾਂ ਦਾ ਅਨੁਵਾਦ ਹੋ ਹੀ ਨਹੀਂ ਸਕਦਾ, ਪਰ ਭਾਰਤ ਵਰਗੇ ਬਹੁ ਭਾਸ਼ਾਈ ਅਤੇ ਬਹੁਤ ਸੱਭਿਆਚਾਰ ਵਾਲੇ ਦੇਸ਼ ਵਿੱਚ ਅਨੁਵਾਦ ਇੱਕ ਲਾਜ਼ਮੀ ਲੋੜ ਹੈ। ਅਨੁਵਾਦ ਵਧੇਰੇ ਜਮਹੂਰੀ ਅਤੇ ਸੰਵਾਦੀ ਹੈ। ਇਸ ਦੇ ਨਾਲ ਨਾਲ ਇਹ ਦਰਜੇਬੰਦੀ ਦੇ ਖਿਲਾਫ ਕਾਰਜ ਹੈ। ਨਾਨਕ ਬਾਣੀ, ਬਾਈਬਲ, ਮਹਾਭਾਰਤ, ਰਾਮਾਇਣ, ਗੀਤਾ, ਸ਼ੇਕਸਪੀਅਰ ਦੇ ਨਾਟਕ, ਯੂਨਾਨੀ ਮਹਾਕਾਵ ਵਰਗੀਆਂ ਲਿਖਤਾਂ ਪੂਰੀ ਦੁਨੀਆ ਵਿੱਚ ਮਕਬੂਲ ਹਨ। ਇਹਨਾਂ ਦਾ ਕਾਰਨ ਅਨੁਵਾਦ ਹੈ। ਜੇ ਆਪਾਂ ਕਲਪਨਾ ਕਰੀਏ ਕਿ ਮੁਨਸ਼ੀ ਪ੍ਰੇਮਚੰਦ ਦੀਆਂ ਲਿਖਤਾਂ ਦਾ ਅਨੁਵਾਦ ਨਾ ਹੋਇਆ ਹੁੰਦਾ ਤਾਂ ਪੂਰੀ ਦੁਨੀਆ ਉਹਨਾਂ ਨੂੰ ਕਿਵੇਂ ਜਾਣਦੀ, ਜਾਂ ਰਵਿੰਦਰਨਾਥ ਟੈਗੋਰ ਨੇ ਜੇਕਰ ਗੀਤਾਂਜਲੀ ਦਾ ਅਨੁਵਾਦ ਨਾ ਕੀਤਾ ਹੁੰਦਾ ਤਾਂ ਉਹਨਾਂ ਨੂੰ ਨੋਬਲ ਪੁਰਸਕਾਰ ਕਿਵੇਂ ਮਿਲਦਾ। ਜੇਕਰ ਮੇਰਾ ਦਾਗਿਸਤਾਨ ਦਾ ਅਨੁਵਾਦ ਨਾ ਹੋਇਆ ਹੁੰਦਾ ਤਾਂ ਅਸੀਂ ਇਸ ਸ਼ਾਹਕਾਰ ਰਚਨਾ ਤੋਂ ਕਿਵੇਂ ਜਾਣੂ ਹੁੰਦੇ। ਅਨੁਵਾਦ ਬਿਨਾਂ ਇਹ ਲੇਖਕ ਮਹਿਜ ਆਪਣੀਆਂ ਭਾਸ਼ਾਵਾਂ ਤੱਕ ਸੀਮਤ ਹੁੰਦੇ ਅਤੇ ਦੁਨੀਆ ਇਹਨਾਂ ਸ਼ਾਹਕਾਰ ਰਚਨਾਵਾਂ ਤੋਂ ਵਾਂਝੀ ਰਹਿ ਜਾਂਦੀ। ਸਾਹਿਤ ਦੇ ਆਲੋਚਨਾ ਦੇ ਪੇਪਰ ਵਿੱਚ ਵੱਖੋ ਵੱਖਰੇ ਦੇਸ਼ਾਂ ਦੇ ਵਿਦਵਾਨਾਂ ਦੇ ਵੱਖੋ ਵੱਖਰੀ ਭਾਸ਼ਾ ਵਿੱਚ ਲਿਖੇ ਗਏ ਲੇਖ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਪਲੇਟੋ, ਅਰਸਤੂ, ਹੋਰੇਸ, ਸਿਸਰੋ ਯੂਨਾਨੀ ਵਿੱਚ ਲਿਖਦੇ ਸਨ। ਸੋਸਿਊਰ, ਦਰੀਦਾ, ਰੋਲਾਂ ਬਾਰਥ, ਫੂਕੋ ਫ੍ਰੈਂਚ ਵਿੱਚ ਲਿਖਦੇ ਸਨ। ਅਸੀਂ ਅਨੁਵਾਦ ਰਾਹੀਂ ਹੀ ਉਹਨਾਂ ਨੂੰ ਸਮਝ ਸਕੇ ਹਾਂ। ਵਿਸ਼ਵ ਸਾਹਿਤ ਅਤੇ ਤੁਲਨਾਤਮਕ ਸਾਹਿਤ ਵਰਗੀਆਂ ਵਿਧਾਵਾਂ ਵੀ ਅਨੁਵਾਦ ਰਾਹੀਂ ਹੀ ਸੰਭਵ ਹੋ ਸਕੀਆਂ ਹਨ। ਆਪਾਂ ਆਪਣੀ ਗੱਲਬਾਤ ਪੰਜਾਬੀ ਸਾਹਿਤ ਦੇ ਹੋਏ ਅਨੁਵਾਦ ਨੂੰ ਕੇਂਦਰ ਵਿੱਚ ਰੱਖ ਕੇ ਕਰਾਂਗੇ। ਬਹੁਤ ਹੀ ਮਸ਼ਹੂਰ ਅਨੁਵਾਦਕ ਡਾਕਟਰ ਕਰਨਜੀਤ ਸਿੰਘ ਆਪਣੀ ਪੁਸਤਕ ਮਾਨਵੀ ਸਰੋਕਾਰਾਂ ਦੇ ਨਕਸ਼ ਵਿੱਚ ਲਿਖਦੇ ਹਨ। ਪੰਜਾਬੀ ਵਿੱਚ ਵੀ ਅਨੁਵਾਦ ਬਹੁਤ ਲੰਬੇ ਅਰਸੇ ਤੋਂ ਹੁੰਦੇ ਆ ਰਹੇ ਹਨ। ਸੰਸਕ੍ਰਿਤ ਗ੍ਰੰਥਾਂ ਦਾ ਜਿਵੇਂ ਮਹਾਭਾਰਤ, ਰਾਮਾਇਣ ਵਗੈਰਾ ਅਤੇ ਸੰਸਕ੍ਰਿਤ ਦੇ ਮਹਾਨ ਕਵੀ ਕਾਲੀਦਾਸ ਦੇ ਨਾਟਕਾਂ ਜਿਵੇਂ ਸ਼ਕੁੰਤਲਾ ਅਤੇ ਮੇਘਦੂਤ ਆਦਿ ਦੇ ਖੁੱਲ੍ਹੇ ਅਨੁਵਾਦ ਜਾਂ ਇਹਨਾਂ 'ਤੇ ਆਧਾਰਿਤ ਗ੍ਰੰਥਾਂ ਦੀ ਰਚਨਾ ਸਦੀਆਂ ਪਹਿਲਾਂ ਹੋ ਚੁੱਕੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਵਿੱਚ ਹੋਏ ਅਨੁਵਾਦਾਂ ਬਾਰੇ ਕੋਈ ਕਾਲਵੰਡ ਜਾਂ ਕੋਈ ਦਸਤਾਵੇਜ਼ ਉਪਲਬਧ ਨਹੀਂ ਹੈ। ਮੈਂ ਕਈ ਸਾਲਾਂ ਤੋਂ ਅਨੁਵਾਦ ਦੀ ਇਤਿਹਾਸਕਾਰੀ ਬਾਰੇ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਹਨਾਂ ਯਤਨਾਂ ਵਿੱਚੋਂ ਹੀ ਮੈਂ ਪੰਜਾਬੀ ਵਿੱਚ ਹੋਏ ਅਨੁਵਾਦਾਂ ਨੂੰ 7 ਹਿੱਸਿਆਂ ਵਿੱਚ ਵੰਡਿਆ ਹੈ। ਨੰਬਰ 1 ਪੂਰਵ ਛਾਪਾਖਾਨਾ ਅਨੁਵਾਦ। ਨੰਬਰ 2 ਵਸਤੀਵਾਦੀ ਕਾਲ ਅਨੁਵਾਦ। ਨੰਬਰ 3 ਸੋਵੀਅਤ ਸੰਘ ਦੁਆਰਾ ਕਰਵਾਏ ਗਏ ਅਨੁਵਾਦ। ਨੰਬਰ 4 ਆਜ਼ਾਦੀ ਤੋਂ ਬਾਅਦ ਨੇਸ਼ਨ ਬਿਲਡਿੰਗ ਦੇ ਨਾਂ ਹੇਠ ਹੋਏ ਅਨੁਵਾਦ। ਨੰਬਰ 5 1991 ਤੋਂ ਅੱਜ ਤੱਕ ਦੇ ਅਨੁਵਾਦ। ਨੰਬਰ 6 ਦਲਿਤ ਸਾਹਿਤ ਦਾ ਅਨੁਵਾਦ। ਨੰਬਰ 7 ਪੰਜਾਬੀ ਡਾਇਸਪੋਰਿਕ ਸਾਹਿਤ ਦਾ ਅਨੁਵਾਦ। ਪੂਰਵ ਛਾਪਾਖਾਨਾ ਅਨੁਵਾਦ ਵਿੱਚ ਹੱਥ ਲਿਖਤਾਂ ਆਉਂਦੀਆਂ ਹਨ, ਜਿਵੇਂ ਨਾਥਾਂ ਜੋਗੀਆਂ ਨੇ ਮਿਸਾਲ ਦੇ ਤੌਰ 'ਤੇ ਗੋਰਖਨਾਥ ਨੇ ਬਹੁਤ ਸਾਰੇ ਲਿਪੀਅੰਤਰ ਕੀਤੇ, ਅਨੁਵਾਦ ਕੀਤੇ। ਇਸ ਤੋਂ ਬਾਅਦ ਮੁਗਲ ਕਾਲ ਵਿੱਚ ਵੀ ਬਹੁਤ ਸਾਰੇ ਅਨੁਵਾਦ ਹੋਏ। ਬਸਤੀਵਾਦੀ ਕਾਲ ਅਨੁਵਾਦ ਵਿੱਚ ਬਸਤੀਵਾਦ ਦੇ ਸਮੇਂ ਦੌਰਾਨ ਹੋਏ ਅਨੁਵਾਦ ਆਉਂਦੇ ਹਨ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਲਿਖਤਾਂ ਦਾ ਪੰਜਾਬੀ ਅਨੁਵਾਦ ਅਤੇ ਪੰਜਾਬੀ ਭਾਸ਼ਾ ਤੋਂ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਏ। ਦੁਨੀਆ ਦੀਆਂ ਦੂਸਰੀਆਂ ਭਾਸ਼ਾਵਾਂ ਵਾਂਗ ਪੰਜਾਬੀ ਵਿੱਚ ਵੀ ਸ਼ੁਰੂਆਤੀ ਦੌਰ ਵਿੱਚ ਧਾਰਮਿਕ ਪੁਸਤਕਾਂ ਅਤੇ ਗ੍ਰੰਥਾਂ ਦੇ ਅਨੁਵਾਦ ਨੇ ਹੀ ਪੰਜਾਬੀ ਵਿੱਚ ਹੋਏ ਅਨੁਵਾਦਾਂ ਦਾ ਮੁੱਢ ਬੰਨ੍ਹਿਆ। ਅਰਨੈਸਟ ਟਰੰਪ ਜਰਮਨ ਤੋਂ ਭਾਰਤ 1850 ਦੇ ਦਹਾਕੇ ਵਿੱਚ ਆਇਆ। 8 ਸਾਲ ਦੇ ਅਧਿਐਨ ਮਗਰੋਂ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਹਿੱਸੇ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਇਸੇ ਤਰ੍ਹਾਂ ਲੁਧਿਆਣਾ ਕ੍ਰਿਸਚੀਅਨ ਮਿਸ਼ਨ ਦੇ ਜਾਨ ਨਿਊਟਨ ਨੇ ਨਿਊ ਟੈਸਟਾਮੈਂਟ ਦਾ ਪੰਜਾਬੀ ਵਿੱਚ ਸਭ ਤੋਂ ਪਹਿਲਾ ਅਨੁਵਾਦ 1851 ਈਸਵੀ ਵਿੱਚ ਕੀਤਾ। ਮੌਲਵੀ ਇਦਾਇਤ ਉਲਾ ਨੇ ਕੁਰਾਨ ਦਾ ਪੰਜਾਬੀ ਅਨੁਵਾਦ 1887 ਈਸਵੀ ਵਿੱਚ ਕੀਤਾ। ਅਤਰ ਸਿੰਘ ਜੋ ਕਿ ਸੰਗਰੂਰ ਦੇ ਭਦੌੜ ਪਿੰਡ ਦੇ ਵਸਨੀਕ ਸਨ, ਉਹਨਾਂ ਨੂੰ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਸੀ। ਇਹਨਾਂ ਨੂੰ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਅਰਨੈਸਟ ਟਰੰਪ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਨੁਵਾਦ ਕਰਨ ਵਿੱਚ ਅਸਮਰੱਥਾ ਜ਼ਾਹਿਰ ਕੀਤੀ
ਤਾਂ ਅਤਰ ਸਿੰਘ ਨੂੰ ਅੰਗਰੇਜ਼ਾਂ ਨੇ ਇਸ ਕਾਰਜ ਵਿੱਚ ਮਦਦ ਲਈ ਨਾਮਜ਼ਦ ਕੀਤਾ। ਮੋਹਨ ਸਿੰਘ ਵੈਦ ਨੇ ਇਸ ਕਾਲ ਵਿੱਚ ਬਹੁਤ ਸਾਰੇ ਅਨੁਵਾਦ ਕੀਤੇ। ਧਾਰਮਿਕ ਗ੍ਰੰਥਾਂ ਦੇ ਨਾਲ-ਨਾਲ ਸਾਹਿਤਕ ਪੁਸਤਕਾਂ ਦਾ ਅਨੁਵਾਦ ਵੀ ਇਸ ਕਾਲ ਵਿੱਚ ਹੋਇਆ। ਇਹ ਅਨੁਵਾਦ ਜ਼ਿਆਦਾਤਰ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਸਨ। ਮੋਹਨ ਸਿੰਘ ਵੈਦ ਨੇ ਸ਼ੇਕਸਪੀਅਰ ਦੇ ਨਾਟਕ ਕਾਮੇਡੀ ਆਫ ਐਰਰ ਦਾ ਅਨੁਵਾਦ ਭੁੱਲ ਭੁਲੱਈਆ ਸਿਰਲੇਖ ਹੇਠ ਕੀਤਾ। ਅਮਰ ਸਿੰਘ ਨੇ ਸ਼ੇਕਸਪੀਅਰ ਦੇ ਦੁਖਾਂਤ ਨਾਟਕ ਉਥੈਲੋ ਦਾ ਪੰਜਾਬੀ ਅਨੁਵਾਦ ਦੇਸ਼ ਦਮਨ ਸਿਰਲੇਖ ਹੇਠ ਕੀਤਾ। ਆਈ.ਸੀ. ਨੰਦਾ ਨੇ ਸ਼ੇਕਸਪੀਅਰ ਦੇ ਦ ਮਰਚੈਂਟ ਆਫ ਵੈਨਿਸ ਦਾ ਅਨੁਵਾਦ ਸ਼ਾਮੂ ਸ਼ਾਹ ਦੇ ਨਾਂ ਹੇਠ ਕੀਤਾ। ਬਲਵੰਤ ਸਿੰਘ ਨੇ ਸ਼ੇਕਸਪੀਅਰ ਦੇ ਨਾਟਕ ਕਿੰਗ ਲੀਅਰ ਦਾ ਪੰਜਾਬੀ ਅਨੁਵਾਦ ਦੁਖੀ ਰਾਜਾ ਸਿਰਲੇਖ ਹੇਠ ਕੀਤਾ। ਸਰਦਾਰ ਗੁਰਮੁਖ ਸਿੰਘ ਨੇ ਮੈਥਿਊ ਅਰਨੌਲਡ ਦੇ ਮਹਾਕਾਵ ਲਾਈਟ ਆਫ ਏਸ਼ੀਆ ਦਾ ਵਾਰਤਕ ਵਿੱਚ ਅਨੁਵਾਦ ਕੀਤਾ ਅਤੇ ਕਵੀ ਪ੍ਰੋਫੈਸਰ ਮੋਹਨ ਸਿੰਘ ਨੇ ਕਵਿਤਾ ਵਿੱਚ। ਟੋਲਸਟੋਏ ਦੇ ਨਾਵਲ ਰਿਜ਼ਰੈਕਸ਼ਨ ਦਾ ਸੰਖੇਪ ਐਡੀਸ਼ਨ ਦਾ ਪਹਿਲਾ ਅਨੁਵਾਦ ਪੰਜਾਬੀ ਦੇ ਸਿਰਮੌਰ ਕਵੀ ਚਿੰਤਕ ਅਤੇ ਗਦਕਾਰ ਪ੍ਰੋਫੈਸਰ ਪੂਰਨ ਸਿੰਘ ਨੇ ਮੋਇਆਂ ਦੀ ਜਾਗ ਨਾਮ ਹੇਠ ਕੀਤਾ। ਪੰਜਾਬੀ ਅਨੁਵਾਦ ਪਰੰਪਰਾ ਵਿੱਚ ਰੂਸੀ ਸੰਸਥਾਵਾਂ ਨੇ ਅਹਿਮ ਭੂਮਿਕਾ ਨਿਭਾਈ। ਇਹਨਾਂ ਸੰਸਥਾਵਾਂ ਨੇ ਅਗਾਂਹਵਧੂ ਵਿਚਾਰਧਾਰਾ ਨੂੰ ਪੰਜਾਬੀ ਲੋਕਾਂ ਵਿੱਚ ਲੈ ਜਾਣ ਲਈ ਅਨੁਵਾਦ ਕਰਵਾਏ। ਅਨੁਵਾਦ ਲਈ ਰੂਸ ਵਿੱਚ ਅਨੁਵਾਦਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਅਤੇ ਸਿਖਲਾਈ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ ਜਾਂਦਾ। ਪ੍ਰਗਤੀ ਪ੍ਰਕਾਸ਼ਨ, ਰਾਦੂਕਾ ਆਦਿ ਸੋਵੀਅਤ ਸੰਘ ਪ੍ਰਕਾਸ਼ਨਾਂ ਨੇ ਕਾਰਲ ਮਾਰਕਸ, ਏਂਗਲਸ, ਲੈਨਿਨ, ਗੋਰਕੀ, ਰਸੂਲ ਹਮਜ਼ਾ ਤੋਂ ਆਦਿ ਦੀਆਂ ਲਿਖਤਾਂ ਦਾ ਅਨੁਵਾਦ ਕਰਵਾਇਆ। ਇਹਨਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲਿਆਂ ਵਿੱਚ ਕਰਨਜੀਤ, ਦਰਸ਼ਨ ਸਿੰਘ, ਗੁਰਬਖਸ਼ ਸਿੰਘ ਫਰੈਂਕ, ਗੁਰਬਚਨ ਭੁੱਲਰ, ਸੁਖਬੀਰ, ਪ੍ਰੀਤਮ ਸਿੰਘ ਮਨਚੰਦਾ ਆਦਿ ਸਨ। ਆਜ਼ਾਦੀ ਤੋਂ ਬਾਅਦ ਨੇਸ਼ਨ ਬਿਲਡਿੰਗ ਦੇ ਸੰਕਲਪ ਹੇਠ ਅਨੁਵਾਦਾਂ ਨੂੰ ਲੈ ਕੇ ਕਈ ਸੰਸਥਾਵਾਂ ਹੋਂਦ ਵਿੱਚ ਆਈਆਂ। ਇਹਨਾਂ ਦਾ ਮਕਸਦ ਵੱਖੋ ਵੱਖਰੀਆਂ ਭਾਰਤੀ ਭਾਸ਼ਾਵਾਂ ਦੀਆਂ ਲਿਖਤਾਂ ਨੂੰ ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨਾ ਸੀ। ਇਹਨਾਂ ਵਿੱਚ ਜ਼ਿਆਦਾਤਰ ਸਰਕਾਰੀ ਸੰਸਥਾਵਾਂ ਸਨ, ਜਿਵੇਂ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ, ਸਾਹਿਤ ਅਕਾਦਮੀ ਦਿੱਲੀ, ਭਾਸ਼ਾ ਵਿਭਾਗ ਪੰਜਾਬ, ਪੰਜਾਬ ਬੁੱਕ ਸੈਂਟਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਰ ਯੂਨੀਵਰਸਿਟੀਆਂ ਦੇ ਪ੍ਰਕਾਸ਼ਨ। ਨੰਬਰ 5 ਤੇ ਆਉਂਦੇ ਹਨ 1991 ਤੋਂ ਅੱਜ ਤੱਕ ਦੇ ਹੋਏ ਅਨੁਵਾਦ। ਮਾਰਕੀਟ ਦੇ ਰੁਝਾਨਾਂ ਨੂੰ ਦੇਖਦੇ ਹੋਏ ਕਈ ਪ੍ਰਾਈਵੇਟ ਪ੍ਰਕਾਸ਼ਕਾਂ ਨੇ ਵੀ ਅਨੁਵਾਦ ਕਾਰਜ ਨੂੰ ਉਤਸ਼ਾਹਿਤ ਕੀਤਾ। ਕਈ ਅੰਤਰਰਾਸ਼ਟਰੀ ਰਸਾਲਿਆਂ ਨੇ ਅੰਮ੍ਰਿਤਾ ਪ੍ਰੀਤਮ, ਗੁਰਦਿਆਲ ਸਿੰਘ, ਹਰਭਜਨ ਸਿੰਘ, ਅਮਰਜੀਤ ਚੰਦਨ, ਲਾਲ ਸਿੰਘ ਦਿਲ, ਪਾਸ਼ ਆਦਿ ਦੀਆਂ ਲਿਖਤਾਂ ਦੇ ਅਨੁਵਾਦ ਛਾਪੇ। ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਦਾ ਅਨੁਵਾਦ ਚਾਰਲਸ ਬਰਾਸ਼, ਮੋਹਨ ਸਿੰਘ ਅਤੇ ਪਾਸ਼ ਦਾ ਤੇਜਵੰਤ ਸਿੰਘ ਗਿੱਲ, ਲਾਲ ਸਿੰਘ ਦਿਲ ਦੇ ਨਿਰੂਪਮਾ ਦੱਤ ਅਤੇ ਤ੍ਰਿਲੋਕ ਘਈ ਨੇ ਅਨੁਵਾਦ ਕੀਤੇ। ਅੰਮ੍ਰਿਤਾ ਪ੍ਰੀਤਮ ਅਤੇ ਸੰਤ ਸਿੰਘ ਸੇਖੋਂ ਨੇ ਬਹੁਤ ਸਾਰੇ ਅਨੁਵਾਦ ਕੀਤੇ ਅਤੇ ਅਨੁਵਾਦਕਾਂ ਨੂੰ ਹੱਲਾਸ਼ੇਰੀ ਵੀ ਦਿੱਤੀ। ਇਸੇ ਤਰ੍ਹਾਂ ਪ੍ਰੋਫੈਸਰ ਰਾਜੇਸ਼ ਸ਼ਰਮਾ ਨੇ ਰੂਸੀ ਕਵੀ ਸੈਂਡਲਸਟਾਮ, ਸਪੈਨਿਸ਼ ਕਵੀ ਲੋਰਕਾ, ਜਰਮਨ ਕਵੀ ਲਿਰਕੇ, ਪੇਰੂ ਦੇ ਵੈਲਿਓ ਐਂਡ ਪੋਲੈਂਡ ਦੇ ਹਰਬਰਟ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਹੁਣ ਬਹੁਤ ਸਾਰੇ ਨੌਜਵਾਨ ਅਨੁਵਾਦ ਵਿੱਚ ਰੁਚੀ ਦਿਖਾ ਰਹੇ ਹਨ। ਮਿਸਾਲ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਭਾਸ਼ਾਵਾਂ ਵਿਭਾਗ ਦੇ ਵਿਦਿਆਰਥੀਆਂ ਨੇ ਮਿਲ ਕੇ ਅਨੁਰਾਧਾ ਬੇਨੀਵਾਲ ਦੀ ਪੁਸਤਕ ਆਜ਼ਾਦੀ ਮੇਰਾ ਬ੍ਰਾਂਡ ਅਤੇ ਦੋਸਤੋਵਸਕੀ ਦੀ ਪੁਸਤਕ ਨੋਟਸ ਫਰੋਮ ਅੰਡਰਗਰਾਉਂਡ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਅਮਰਜੀਤ ਚੰਦਨ ਨੇ ਦ ਪੈਰਟ, ਦ ਹਾਰਸ ਐਂਡ ਦ ਮੈਨ ਸਾਲ 2017 ਵਿੱਚ ਪ੍ਰਕਾਸ਼ਿਤ ਕੀਤੀ। ਬਾਕੀ ਭਾਰਤੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਵਿੱਚ ਹੋਏ ਦਲਿਤ ਸਾਹਿਤ ਦਾ ਅਨੁਵਾਦ ਅੰਗਰੇਜ਼ੀ ਅਤੇ ਦੂਸਰੀ ਭਾਸ਼ਾਵਾਂ ਵਿੱਚ ਹੋ ਰਿਹਾ ਹੈ। ਬਲਵੀਰ ਮਾਧੋਪੁਰੀ ਦੀ ਸਵੈ ਜੀਵਨੀ ਛਾਂਗਿਆ ਰੁੱਖ ਦਾ ਅਨੁਵਾਦ ਤ੍ਰਿਪਤਾ ਜੈਨ ਨੇ ਕੀਤਾ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੇ ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ ਜੀਵਨੀ ਝੂਠ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਨੰਬਰ 7, ਜ਼ਿਆਦਾਤਰ ਪੰਜਾਬੀ ਪ੍ਰਵਾਸੀ ਲੇਖਕ ਆਪਣੀਆਂ ਲਿਖਤਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਾਉਣ ਲਈ ਯਤਨ ਕਰਦੇ ਰਹਿੰਦੇ ਹਨ। ਇੱਕ ਤਾਂ ਅਨੁਵਾਦ ਰਾਹੀਂ ਉਹ ਆਪਣੇ ਪਾਠਕਾਂ ਦਾ ਘੇਰਾ ਵੱਡਾ ਕਰਨਾ ਚਾਹੁੰਦੇ ਹਨ, ਦੂਸਰਾ ਕਿ ਉਹ ਅਨੁਵਾਦ ਰਾਹੀਂ ਦੂਜੀ ਜਿਹੜੀ ਪੀੜ੍ਹੀ ਹੈ ਆਪਣੀ ਉਹਨਾਂ ਤੱਕ ਪਹੁੰਚਣਾ ਚਾਹੁੰਦੇ ਹਨ। ਅਨੁਵਾਦ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ ਕਿ ਰੁਜ਼ਗਾਰ ਕਮਾਉਣ ਲਈ ਅਨੁਵਾਦ ਕਰਨਾ। ਅੱਜ ਕੱਲ੍ਹ ਬਹੁਤ ਸਾਰੇ ਅਨੁਵਾਦਕ ਫ੍ਰੀਲਾਂਸਰ ਦੇ ਤੌਰ 'ਤੇ ਡਬਿੰਗ, ਜਰਨਲਿਜ਼ਮ, ਟੂਰਿਜ਼ਮ, ਸੰਸਦ, ਵਿਦੇਸ਼ਾਂ ਵਿੱਚ ਕਾਉਂਸਲਿੰਗ, ਅਦਾਲਤਾਂ ਅਤੇ ਹੋਰ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ। ਅਖੀਰ ਵਿੱਚ ਤਾਜ ਭੋਪਾਲੀ ਦਾ ਸ਼ੇਅਰ ਧਿਆਨ ਵਿੱਚ ਆਉਂਦਾ ਹੈ ਜੋ ਅਨੁਵਾਦ ਦੇ ਯੋਗਦਾਨ ਬਾਰੇ ਸਹੀ ਬੈਠਦਾ ਹੈ। ਹਮੇं एक दूसरे के जहन की खुशबू नहीं आती, ਮੁਝੇ ਹਿੰਦੀ ਨਹੀਂ ਆਤੀ, ਤੁਮੇ ਉਰਦੂ ਨਹੀਂ ਆਤੀ। ਇਸ ਕਰਕੇ ਜੇਕਰ ਆਪਾਂ ਇੱਕ ਦੂਸਰੇ ਦੇ ਜਹਨ ਦੀ ਖੁਸ਼ਬੂ ਨੂੰ ਮਹਿਸੂਸ ਕਰਨਾ ਚਾਹੁੰਦੇ ਹਾਂ ਤਾਂ ਅਨੁਵਾਦ ਲਾਜ਼ਮੀ ਚੀਜ਼ ਹੈ।
ਸਾਹਿਤ ਦੇ ਆਦਾਨ ਪ੍ਰਦਾਨ ਵਿੱਚ ਅਨੁਵਾਦ ਦੀ ਭੂਮਿਕਾ। ਇਸ ਵਿਸ਼ੇ ਤੇ ਹੁਣੇ ਤੁਸੀਂ ਡਾਕਟਰ ਸੁਸ਼ੀਲ ਕੁਮਾਰ ਦੀ ਵਾਰਤਾ ਸੁਣ ਰਹੇ ਸੀ।